कीर्ति फत प्रगति भले संजोगा प्रभ वाणी शब्द सुभाग्या गावो सुनो पढ़ो हित भाई गुर पूरै तू आख्या। सतनाम श्री वाहिगुरु साहिब जी धर्म खंड का एहो धर्म ज्ञान खंड का आठो कर्म। वाहिगुरु जी का खालसा वाहिगुरु जी की फतेह। पतित पावना राजा दे राजे महाराजा दे महाराजा आज ये शब्द क्यों पढ़िया जाता राजा करके राजा महाराजा करके महाराजा ऐसो राज छोड़ दो दूजा को त्यागी है तुमको सब राजा राजा किसी एक इलाके का मालिक श्री गुरु ग्रंथ साहिब महाराज सारे घटना प्रबंध के बाद आज जिवें किसी राजे का वजीर होता किसी तरह श्री गुरु ग्रंथ साहिब महाराज के वजीर हैं बाबा बुढ़ा साहिब जी। आज बुढ़ा साहिब जी जाके कहते गुरु के वजीर बनना उन्हें संस्कार किया जाता है क्योंकि लोग मुख्य ग्रंथी बाबा बुढ़ा साहिब तीजा आज नगर कीर्तन की आरंभता आज के भाद्रो सुदी एकम 1604 ईस्वी में सवेरे सवेरे अमृत वेले गुरु पातशाह पालकी विच श्री गुरु ग्रंथ साहिब महाराजा पावन स्वरूप रामसर के सरोवर के किनारे को लेके हरमंदिर साहिब तक कीर्तन करते हैं। वो नगर कीर्तन की आरंभता आज के दिन श्री गुरु ग्रंथ साहिब महाराज का पहला प्रकाश राजा के राजे महाराजा के महाराजे आप संस्थान बहुत बहुत बधाइयाँ हो। समा संबोधवा है 4 पौड़ियों की सूरत रह गया है जपजी साहिब का आओ 2 शब्द होंगे व्यास समास कहते गल नूं वड्डा छोटा करना। समा ज़्यादा है किसी गल नूं तुसीं वड्डा कर सकते हो, समा छोटा है उन्होंने गल व्यास छोटा कर सकते हो। समा संकोचवा है संकोचवी विचार जपजी साहिब दे 5 खंड हैं। कल आप जी दे बारे श्रवण कर रहे सी। खंड एक अवस्था है जदों किसी साधक महापुरख दी सुरती अंतरमुखी होंदी है ना ओदी 5 अवस्थावां ते पहला की है उन्हें कर्म करना है। असीं नित्यनेम करते हैं कित्थे करते हैं दुनिया च करते हैं ना संगत कर रहे हैं नाम जप रहे हैं दुनिया च। धर्म खंड एक ही है धरती धर्म खंड है जिथे असीं बैठ के रब की बाणी पढ़नी नाम जपना। साडा घर धर्म खंड है गुरुद्वारा धर्म खंड पूरी धरती धर्म खंड है।
ਹੁਣ ਧਰਮਖੰਡ ਤੋਂ ਅੱਗੇ ਜਦੋਂ ਬੰਦਾ ਆਪਣਾ ਫਰਜ਼ ਨਿਭਾਉਂਦਾ ਹੈ, ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ, ਉਹਨੂੰ ਕੀ ਗਿਆਨ ਹੁੰਦਾ ਹੈ। ਆਓ ਗਿਆਨ ਖੰਡ, ਸਰਮ ਖੰਡ, ਉਪਰੰਤ ਕਰਮ ਖੰਡ ਤੇ ਸੱਚਖੰਡ, ਇਹ ਕੰਟੀਨਿਊ ਆਣਗੇ ਐਵੇਂ। ਇਹ ਨਹੀਂ ਵੀ ਪਹਿਲਾਂ ਲਾ ਲਓ ਗਿਆਨ ਖੰਡ ਫਿਰ ਲਾ ਲਓ ਸੱਚਖੰਡ, ਨਾ, ਇਹ ਗਲਤ ਹੋ ਜਾਏਗਾ। ਇਹ ਅਵਸਥਾ ਹੈ, ਕਿਸੇ ਸਾਧਕ ਦੀ ਅਵਸਥਾ ਕਿਵੇਂ ਅੰਤਰਮੁਖੀ ਹੋ ਕੇ ਸੱਚਖੰਡ ਪਹੁੰਚਦੀ ਹੈ। ਆਓ ਸੱਚਖੰਡ ਦਾ ਦਰਬਾਰਾ ਗੁਰੂ ਨਾਨਕ ਮਹਾਰਾਜ ਸਾਨੂੰ ਦਿਖਾ ਰਹੇ ਹਨ। ਅਰਦਾਸ ਬੇਨਤੀ ਕਰਦਿਆਂ ਸਾਰੇ ਗੁਰੂ ਕੇ ਪਿਆਰੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਰਮ ਖੰਡ ਕਾ ਇਹੋ ਧਰਮ। ਰਾਤੀ ਰੁੱਤੀ ਥਿੱਤੀ ਵਾਰ ਤੋਂ ਲੈ ਕੇ ਇੱਥੇ ਤੱਕ ਇਹ ਬਣਦਾ ਧਰਮਖੰਡ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਧਰਮ ਦਾ ਘਰ। ਜਿੱਥੇ ਅਸੀਂ ਧਰਤੀ ਵਿੱਚ ਉੱਤੇ ਬੈਠੇ ਆ ਨਾ, ਸਾਰੇ ਧਰਤੀ ਤੇ ਬੈਠੇ ਆ, ਇੱਥੇ ਬੈਠ ਕੇ ਕੁਝ ਕਮਾਣਾ ਹੈ, ਕੁਝ ਫਰਜ਼ ਨਿਭਾਉਣਾ ਹੈ। ਮਾਂ ਦਾ ਫਰਜ਼ ਹੈ ਆਪਣੇ ਪੁੱਤਰ ਦੀ ਪਰਵਰਿਸ਼ ਕਰਨੀ, ਉਹ ਧਰਮਖੰਡ ਬਣ ਗਿਆ। ਵਿਦਿਆਰਥੀ ਦਾ ਫਰਜ਼ ਹੈ ਵਿਦਿਆ ਗ੍ਰਹਿਣ ਕਰਨੀ, ਉਹ ਧਰਮਖੰਡ ਹੈ। ਸਾਡਾ ਫਰਜ਼ ਹੈ ਆਪਣੇ ਜੀਵਨ ਨੂੰ ਚੰਗੇ ਪਾਸੇ ਲਗਾਉਣਾ, ਇਹ ਧਰਮਖੰਡ ਹੈ। ਕਿਸੇ ਮਹਾਂਪੁਰਖ ਦਾ ਫਰਜ਼ ਹੈ ਖਾਲਸਾ ਦੁਨੀਆ ਨੂੰ ਸਿੱਧੇ ਰਸਤੇ ਪਾਉਣਾ, ਉਹ ਧਰਮਖੰਡ ਹੈ। ਕਿ ਧਰਮ ਕਿਸੇ ਨੂੰ ਨਿਯਮ ਅਨੁਸਾਰ ਤੁਰਨਾ, ਆਪਣੇ ਫਰਜ਼ ਨੂੰ ਪੂਰਾ ਕਰਨਾ, ਇਹ ਧਰਮਖੰਡ ਹੈ। ਧਰਮਖੰਡ ਦਾ ਕੀ ਅਵਸਥਾ ਖਾਲਸਾ, ਜਿੱਥੇ ਕਿਸੇ ਸਾਧਕ ਨੇ ਰੱਬ ਦੇ ਨਾਮ ਨੂੰ ਜਪਣਾ ਹੈ, ਧਰਮ ਨੂੰ ਕਮਾਣਾ ਹੈ, ਇਹ ਧਰਮਖੰਡ ਹੈ। ਗਿਆਨ ਖੰਡ ਕਾ ਆਖੋ ਕਰਮ। ਹੁਣ ਆ ਗਿਆ ਗਿਆਨ ਖੰਡ। ਗਿਆਨ ਖੰਡ ਦਾ ਕੀ ਫਰਜ਼ ਹੈ, ਕਰਤੱਵ ਕੀ ਹੈ, ਉਹ ਮਹਾਰਾਜ ਫਰਮਾਨ ਕਰਦੇ ਹਨ। ਗਿਆਨ ਖੰਡ ਕਾ ਆਖੋ ਕਰਮ। ਤੇ ਗਿਆਨ ਖੰਡ ਦਾ ਕਰਮ ਕਹਿੰਦੇ ਜਿਹੜਾ ਫਰਜ਼ ਹੈ ਉਹ ਕੀ ਹੈ, ਉਹ ਪਾਤਸ਼ਾਹ ਫਰਮਾਨ ਕਰਦੇ ਹਨ। ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼। ਜਦੋਂ ਕੋਈ ਰੱਬ ਦਾ ਪਿਆਰਾ ਧਰਮ ਨੂੰ ਕਮਾਉਂਦਾ ਹੈ ਨਾ, ਉਹਨੂੰ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਹੜਾ ਗਿਆਨ? ਅੰਦਰੂਨੀ ਗਿਆਨ, ਕਿਤਾਬੀ ਗਿਆਨ ਨਹੀਂ। ਅੰਦਰੂਨੀ ਗਿਆਨ ਜਦੋਂ ਹੋਣਾ ਸ਼ੁਰੂ ਹੁੰਦਾ ਹੈ, ਉਹਨੂੰ ਫਿਰ ਖਾਲਸਾ ਜੀ ਇਹ ਸਮਝ ਆ ਜਾਂਦੀ ਹੈ, ਅਜੇ ਦਿਖਦਾ ਨਹੀਂ, ਉਹਨੂੰ ਗਿਆਨ ਹੁੰਦਾ ਹੈ। ਅਨੁਭਵ ਅੰਦਰੋਂ ਹੀ ਪ੍ਰਮਾਤਮਾ ਅਨੁਭਵ ਕਰਾਂਦਾ ਹੈ ਵੀ ਪਾਣੀ, ਹਵਾ ਇਹ ਬਹੁਤ ਜ਼ਿਆਦਾ ਹਨ। ਕੇਤੇ ਪਵਨ ਪਾਣੀ ਪੈ ਸੰਤਰ, ਕੇਤੇ ਕਈ ਹੀ ਪਵਨ, ਹਵਾ, ਪਾਣੀ, ਜਲ ਤੇ ਬਸੰਤਰ ਅਗ, ਇਹ ਬਹੁਤ ਜ਼ਿਆਦਾ ਹਨ। ਭਾਵ ਕਈ ਹਵਾਵਾਂ ਹਨ, ਜਿਵੇਂ ਚਾਰ ਬਾਣੀਆਂ ਹਨ, ਪਰਾ, ਪਸ਼ੰਤੀ, ਮਧਮਾ, ਬੈਖਰੀ, ਇਹ ਚਾਰ ਹਵਾ ਹੈ। ਇਸੇ ਤਰ੍ਹਾਂ ਸਾਡੇ ਅੰਦਰ ਪ੍ਰਾਣ ਦੀ ਹਵਾ ਹੈ, ਅਪਾਨ, ਵਿਆਨ, ਸਮਾਨ, ਉਦਾਨ, ਕ੍ਰਿਕਲੀ, ਧਨਿਜੈ ਆਦਿ, ਇਹ 10 ਪੌਣ ਹੈ, ਇਹ ਵੀ ਹਵਾ ਹੈ। ਇਸ ਤੋਂ ਇਲਾਵਾ ਜਿਹੜੀ ਇਹ ਗਿਣਤੀ ਚਾਹੀਏ, ਇਸ ਤੋਂ ਇਲਾਵਾ ਅਨੇਕ ਤਰ੍ਹਾਂ ਦੀ ਹਵਾ, ਅਨੇਕ ਤਰ੍ਹਾਂ ਦੀ ਅੱਗ ਤੇ ਅਨੇਕ ਤਰ੍ਹਾਂ ਦੇ ਖਾਲਸਾ ਜੀ ਹੋਰ ਸਾਰੇ ਹਨ। ਕੇਤੇ ਬਰ ਮੈਂ ਘਾੜਤ ਘੜੀਐ ਹੈ, ਰੂਪ ਰੰਗ ਕੇ ਵੇਸ। ਹਿੰਦੁਸਤਾਨ ਵਿੱਚ ਇੱਕ ਬ੍ਰਹਮਾ ਦਾ ਮੰਦਿਰ ਹੈ। ਗੁਰੂ ਪਾਤਸ਼ਾਹ ਕਹਿੰਦੇ ਬ੍ਰਹਮਾ ਤੇ ਸਾਰੀ ਦੁਨੀਆ ਹੀ ਬਣੀ ਹੋਈ ਹੈ। ਸਾਰੀ ਦੁਨੀਆ ਵਿੱਚ ਜਿਹੜਾ ਰਜੋਗੁਣ ਹੈ ਉਹ ਬ੍ਰਹਮਾ ਹੈ। ਤੇ ਬ੍ਰਹਮਾ ਵੀ ਕਿਤਨੇ ਹੀ ਹਨ। ਕਾਲ ਪੁਰਖ ਕੀ ਦੇਹ ਮੋਹ, ਕੋਟਿਕ ਬਿਸ਼ਨ ਮਹੇਸ਼। ਕਰੋੜਾਂ ਹੀ ਵਿਸ਼ਨੂੰ, ਕਰੋੜਾਂ ਹੀ ਬ੍ਰਹਮੇ, ਕਰੋਟ ਬ੍ਰਹਮੇ ਜਗ ਸਾਜਣ ਲਾਏ। ਕੋਟ ਬ੍ਰਹਮੇ ਜਗ ਸਾਜਣ ਲਾਏ। ਹਰ ਬੰਦੇ ਅੰਦਰ ਜਿਹੜਾ ਰਜੋਗੁਣ ਹੈ ਨਾ, ਉਹ ਬ੍ਰਹਮਾ ਹੈ। ਤੇ ਰੱਬ ਜੀ ਇਹ ਗਿਆਨ ਹੋ ਜਾਂਦਾ ਹੈ ਉਹਨਾਂ ਗੁਰਮੁਖਾਂ ਨੂੰ ਕਿ ਕਿਤਨੇ ਹੀ ਬ੍ਰਹਮੇ ਹਨ। ਤਾਂ ਪਾਤਸ਼ਾਹ ਫਰਮਾਨ ਕਰਦੇ, ਰੱਬ ਜੀ ਇਹ ਗਿਆਨ ਖੰਡ ਦੀ ਅਵਸਥਾ ਹੈ।
केते बरमे घाड़त घड़िया रूप रंग के वेश अनेकां वेख अनेकां रूप रंग दे ओ जीव पैदा करदे हन। केतिया करम भूमि मेर केते केते तू उपदेश। ते बंदा देखदा कई कर्म भूमियां हन, जिस धरती ते बह के बंदे ने कर्म कमाना है वो कई हन। ये धरतियां जिवें गुरु नानक पातशाह ने विखाया ना, पताल ते आकाश लखां ही विखाते ते ओ ज्ञान उन्हां गुरमुखां नूं हुंदा है। केतिया करम भूमि मेर केते केते तू उपदेश। ध्रू भी कई हन, ऐसी अनेक मावां ने कई ध्रू पैदा किए जिहड़े नाम जपण वाले हन। उपदेश ध्रू नूं उपदेश देण वाले नारद मुन वर्गे महात्मा पुरख बहुत हन। केते इंद चंद सूर केते केते मंडल देश। इंद खालसा इत्थे इंद दा अर्थ है इंद्र देवता। कई थां ते इंद आउंदा उत्थे चंद्रमा अर्थ है, चंद्रमा नाल आ गया ना, इत्थे इहदा अर्थ बढ़ेगा इंद्र देवता। वो भी कई हन। केते इंद चंद चंद्रमे भी कई हन, इंद्र भी कई हन। सूर केते सूरज भी कई हन। एक सूरज सानू साह नहीं लैण देंदा ते लखां करोड़ां सूरज हन खालसा जी। केते इंद चंद सूर केते ये अनेक हन खालसा जीओ रब दी इस कुदरत विच। ते ऐ बंदिया रब दी कुदरत दा अंत नहीं पाया जांदा। ते पातशाह कहंदे केते मंडल देश। मंडल दा अर्थ है 400 कोह दा गोलाकार आकार। 400 कोह दा जेड़ा गोला है ना खालसा जी, ओनू कहंदे मंडल। सौखी जी भाषा कह लो, जिथे तक साडा हिंदुस्तान है एक जिन्हों देश कहते हैं ना, यह है मंडल है बस। ते देश का अर्थ है जिथे बंदा बैठा हो। अस तो कहते कनेडा अमेरिका देश है, नहीं। साधुआं दी भाषा विच महापुरखां दी भाषा विच देश का अर्थ है कि जिथे बंदा बैठा होवे 1.5-2 गज धरती बस, ਜਾਂ ਘਰ 3.5 ਹੱਥ ਘਨੀ ਤਾਂ ਪੌਨੇ 4। ਇਹ ਬੰਦੇ ਦਾ ਦੇਸ਼ ਹੈ, ਇਹ ਅਨੇਕ ਹੀ ਹੈ। केते सिद्ध बुद्ध नाथ केते केते देवी वेश। ਤੇ ਕਈ ਖਾਲਸਾ ਸਿੱਧ ਹਨ, ਸਾਧੂ ਸਾਧਨਾ ਕਰਨ ਵਾਲੇ। ਬੁੱਧ ਅਵਤਾਰ ਹੋਏ। ਬੁੱਧ ਦਾ ਅਰਥ ਹੈ ਜਿਹਦੀ ਬੁੱਧੀ ਤੀਕਸ਼ਣ ਹੈ, ਉਹ ਬੋਧ ਗਿਆਨ ਵਾਲਾ। ਉਹ ਅਨੇਕ ਹੀ ਹਨ। केते सिद्ध बुद्ध नाथ केते कई नाथ हन खालसा जी। केते देवी वेश। उस ज्ञान अवस्था च पता लगता है ते वख वख तरह की वेश धारण करने वालियां कई देवियां हन। केते देव दानव मुन केते केते रतन समुंद। कई देवते कई दानव मुनि अनेक तरह के मुनि हन। केते रतन समुंदर ते समुंदर भी जेड़े रतन हन वो भी नजर आ जाते उन्हां नूं। केतिया खाणी केतिया बाणी केते पात नरिंद। ते खालसा 4 तरह की खाणियां 4 तरह की बाणी, इन्हां दी गिनती तो होई है, पर जदों बंदे नूं ज्ञान हुंदा कहंदा रब जी ये बेअंत है बस। ये गिनती साडे तुहाडे दी किताबी गिनती ध्यान रखना। जिवें किसे खालसा जी कोई बुक है ਉਹਦੇ ਲਈ कोई लिमिट होंदी है, लिमिट तो ਵੱਧ ਜਿਹੜਾ ਗਿਆਨ ਹੁੰਦਾ ਹੈ ਉਹਨੂੰ ਕਹਿੰਦੇ ਖਾਲਸਾ ਜੀ ਅੰਦਰੂਨੀ ਗਿਆਨ। ਇਹ ਕਿਤਾਬਾਂ ਦੀ ਗਿਣਤੀ ਹੈ 4 ਖਾਣੀ 4 ਬਾਣੀ। ਪਾਤਸ਼ਾਹ ਕਹਿੰਦੇ ਕੇਤੀਆ ਖਾਣੀ ਕੇਤੀਆ ਬਾਣੀ केते पात नरिंदा। कई पातशाह हन, कई वड्डे वड्डे राजे महाराजे हन। केतिया सुरती सेवक केते नानक अंत ना अंत। धन गुरु नानक महाराज फरमान करते भाई केतिया सुरती सेवक केते। कई रब दे प्यारे सेवक साधु साधना करने वाले सुरतियां लगा के बैठे हैं, जिन्हां दी सुरती काल पुरख नाल जुड़ी है। ऐसे ज्ञानवान पुरख किसे दा भी अंत नहीं पाया जाता। ज्ञान खंड मह ज्ञान प्रचंड। इस तरह ज्ञान वधी जाता है, वधी जाता है। यह है थोड़ा अंदरूनी ज्ञान।
ਜਦੋਂ ਵਧੀ ਗਿਆਨਾ ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਪ੍ਰਚੰਡ ਕਹਿੰਦੇ ਪ੍ਰਚੰਡ ਅਗਨਮਾਨ, ਉਹਨਾਂ ਦੇ ਹਿਰਦੇ 'ਚ ਬਹੁਤ ਜ਼ਿਆਦਾ ਗਿਆਨ ਹੋ ਜਾਂਦਾ ਹੈ। ਉਹ ਗਿਆਨ ਅੰਦਰ ਦੀ ਵਿਸ਼ੇ ਵਿਕਾਰੀ ਅਵਸਥਾ ਨੂੰ ਸਾੜ ਦਿੰਦਾ ਹੈ ਖਾਲਸਾ ਜੀ। ਜਦੋਂ ਉਹ ਗਿਆਨ ਹੋਣਾ ਸ਼ੁਰੂ ਹੋ ਜੇ ਨਾ ਤੇ ਅੰਦਰਲੀ ਜਿਹੜੀ ਵਿਕਾਰੀ ਅਵਸਥਾ ਹੈ ਉਹ ਗਿਆਨ ਨਾਲ ਉਹ ਸੜ ਜਾਂਦੀ ਹੈ। ਨਾਦ ਬਿਨੋਦ ਕੋਡ ਆਨੰਦ। ਤੇ ਜਦੋਂ ਖਾਲਸਾ ਵਿਕਾਰ ਖਤਮ ਹੋਣੇ ਸ਼ੁਰੂ ਹੁੰਦੇ ਨਾ ਤੇ ਉੱਥੇ ਕੀ ਹੁੰਦਾ ਹੈ ਰੱਬ ਜੀ? ਉੱਥੇ ਫਿਰ ਨਾਦ ਬਿਨੋਦ ਕੋਡ ਆਨੰਦ। ਮਹਾਰਾਜ ਉੱਥੇ ਅਨੇਕ ਤਰ੍ਹਾਂ ਦੇ ਨਾਦ ਵਾਜੇ ਵੱਜਦੇ ਹਨ, ਬਿਨੋਦ ਅਨੇਕ ਤਰ੍ਹਾਂ ਦੇ ਮਹਾਰਾਜ ਕੌਤਕ ਹੁੰਦੇ ਹਨ। ਉੱਥੇ ਪਾਤਸ਼ਾਹ ਆਨੰਦ ਹੀ ਆਨੰਦ ਹੈ। ਉਹ ਆਨੰਦ ਸਾਰੇ ਆਨੰਦਾਂ ਤੋਂ ਉੱਤੇ ਹੈ। ਕਰੋੜਾਂ ਜੀਵਾਂ ਨੂੰ ਜਿਹੜਾ ਸੁੱਖ ਮਿਲਦਾ ਨਾ ਉਹ ਸਾਰੇ ਸੁੱਖਾਂ ਤੋਂ ਉੱਤੇ ਮਹਾਰਾਜ ਉਹ ਬ੍ਰਹਮਾ ਆਨੰਦ ਹੈ। ਸਰਮ ਖੰਡ ਕੀ ਬਾਣੀ ਰੂਪ। ਹੁਣ ਤੀਜਾ ਖੰਡ ਸ਼ੁਰੂ ਹੋ ਗਿਆ ਸ਼ਰਮ। ਸ਼ਰਮ ਦੇ ਬਹੁਤ ਅਰਥ ਹਨ। ਇੱਕ ਹੁੰਦਾ ਲੱਜਾ ਆਣੀ, ਸ਼ਰਮ, ਬੰਦਿਆ ਸ਼ਰਮ ਕਰ। ਦੂਜਾ ਹੈ ਮਿਹਨਤ ਕਰ, ਸ਼ਰਮ। ਇੱਕ ਸ਼ਰਮ, ਇੱਕ ਸ਼ਰਮ। ਕਹਿੰਦੇ ਬੰਦਾ ਬੜਾ ਮਿਹਨਤੀ ਹੈ। ਦੋ ਮਿੰਟ ਰੁਕਣਗੇ ਇੱਥੇ। ਜਦੋਂ ਬੰਦੇ ਨੂੰ ਇਤਨਾ ਗਿਆਨ ਹੋ ਗਿਆ, ਰੱਬ ਕਹਿੰਦਾ ਬੰਦਿਆ ਤੇਰਾ ਗਿਆਨ ਅਜੇ ਵੀ ਤੁਛ ਹੈ, ਸ਼ਰਮ ਕਰ। ਦੂਜਾ ਅੱਗੇ ਹੋਰ ਮਿਹਨਤ ਕਰ। ਮਿਹਨਤ ਕਿਵੇਂ ਕਰੇਗਾ? ਆਪਣੇ ਆਪ ਨੂੰ ਰੂਹਾਨੀ ਰਸ ਵਾਲਾ ਬਣਾ ਲੈ। ਜਦੋਂ ਰੂਹਾਨੀ ਰਸ ਵਾਲਾ ਬਣਾਵੇਗਾ, ਸਰਮ ਖੰਡ ਕੀ ਬਾਣੀ ਰੂਪ, ਤੇ ਉਹਦੇ ਅੰਦਰ ਸੁੰਦਰਤਾ ਆਵੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਰਮ ਖੰਡ ਸ਼ੁਰੂ ਹੋ ਗਿਆ। ਉਹ ਅਵਸਥਾ ਵਿੱਚ ਜਿਹੜੀ ਹੈ ਸਰਮ ਖੰਡ ਵਾਲੀ, ਜਦੋਂ ਆਪਣੇ ਦੁਨਿਆਵੀ ਗਿਆਨ ਤੇ ਬੰਦੇ ਨੂੰ ਲੱਜਾ ਆਉਂਦੀ ਹੈ ਕਿ ਮੈਂ ਇਤਨਾ ਪੜ੍ਹਿਆ ਲਿਖਿਆ। ਜਦੋਂ ਰੱਬ ਦਾ ਗਿਆਨ ਸੁਣਦਾ ਕਹਿੰਦਾ ਰੱਬ ਜੀ ਮੇਰਾ ਗਿਆਨ ਕੁਛ ਵੀ ਨਹੀਂ। ਇੱਕ ਘਟਨਾ ਕਹਿ ਕੇ ਮੈਂ ਅੱਗੇ ਜਾਵਾਂ। ਸਵਾਮੀ ਪਰਮਾਨੰਦ ਜੀ ਮਹਾਂਪੁਰਸ਼, ਮੈਂ ਮਹਾਂਪੁਰਖ ਕਹਿ ਰਿਹਾ, ਸਵਾਮੀ ਪਰਮਾਨੰਦ ਕਿਸ਼ਤੀ ਤੇ ਬੈਠੇ ਸਨ। ਇੱਕ ਨੌਜਵਾਨ ਵਿਦਵਾਨ ਆ ਗਿਆ ਉਹਨਾਂ ਕੋਲ। ਕਹਿੰਦਾ ਸਵਾਮੀ ਜੀ ਆਓ ਕੋਈ ਰੱਬ ਦੀ ਗੱਲ ਕਰੀਏ, ਆਪਣਾ ਗਿਆਨ ਸੁਣਾਓ। ਸਵਾਮੀ ਜੀ ਕਹਿੰਦੇ ਬੇਟਾ ਗਿਆਨ ਸੁਣੇਗਾ? ਕਹਿੰਦਾ ਹਾਂ ਜੀ। ਪਾਤਸ਼ਾਹ ਕਹਿਣ ਲੱਗੇ ਦੱਸ ਪਹਿਲਾਂ ਤੂੰ ਸਰੀਰ ਹੈ ਕਿ ਆਤਮਾ ਹੈ? ਚੁੱਪ ਹੋ ਗਿਆ। ਕੀ ਪੁੱਛੇ? ਸਵਾਮੀ ਜੀ ਕਹਿਣ ਲੱਗੇ ਬੇਟਾ ਜੇ ਤੂੰ ਸਰੀਰ ਹੈ ਫਿਰ ਤੇਰਾ ਗਿਆਨ ਹੈ ਹੀ ਨਹੀਂ, ਤੂੰ ਸਰੀਰ ਤਾਂ ਝੂਠਾ ਹੁੰਦਾ ਹੈ। ਜੇ ਤੂੰ ਆਤਮ ਸਰੂਪ ਹੈ ਤੇ ਆਤਮਾ ਤੇ ਬੋਲਦੀ ਵੀ ਨਹੀਂ, ਉਹ ਤਾਂ ਆਨੰਦਮਈ ਅਵਸਥਾ ਚ ਲੀਨ ਹੈ। ਕਹਿੰਦਾ ਮਹਾਂਪੁਰਖੋ ਬਸ ਸਮਝ ਆ ਜਾ। ਇਹੀ ਹੁੰਦਾ ਮਹਾਂਪੁਰਖਾਂ ਦਾ ਗਿਆਨ। ਬਸ ਉਸ ਅਵਸਥਾ ਵਿੱਚ ਖਾਲਸਾ ਜੀ ਆਪਣਾ ਗਿਆਨ ਬੰਦੇ ਨੂੰ ਸਮਝ ਆ ਜਾਂਦੀ, ਮੇਰਾ ਗਿਆਨ ਕੁਛ ਵੀ ਨਹੀਂ ਹੈ। ਜਦੋਂ ਉਹ ਸਮਝ ਆ ਗਈ ਨਾ ਫਿਰ ਕਹਿੰਦੇ ਅੰਦਰੋਂ ਕੁਝ ਉਹਦਾ ਸਰੂਪ ਬਣਨਾ ਸ਼ੁਰੂ ਹੁੰਦਾ ਹੈ। ਜਿਹਨੂੰ ਸੌਖੀ ਜਿਹੀ ਗੱਲ ਕਹਿ ਦੋ, ਅੰਦਰੋਂ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ। ਰੂਪ ਕਹਿੰਦੇ ਸੁੰਦਰਤਾ, ਅੰਦਰਲਾ ਮਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ। ਉਹਨੂੰ ਕਹਿੰਦੇ ਬਾਣੀ ਰੂਪ। ਉਹਦੀ ਬਾਣੀ ਵਿੱਚ ਵੀ ਮਿਠਾਸ, ਉਹਦੇ ਹਿਰਦੇ ਵਿੱਚ ਵੀ ਮਿਠਾਸ ਆਉਂਦੀ ਹੈ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤੇ ਉਸ ਅਵਸਥਾ ਵਿੱਚ ਅੰਦਰਲੀ ਅਵਸਥਾ ਤੀਜਾ ਖੰਡ ਹੈ। ਜਦੋਂ ਬੰਦਾ ਅੰਦਰਲੇ ਰੱਬ ਦੇ ਵੱਲ ਜਾਣ ਦੀ ਤੀਜੀ ਅਵਸਥਾ ਪਾਰ ਕਰਨਾ ਸ਼ੁਰੂ ਕਰਦਾ ਨਾ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਉੱਥੇ ਅਨੇਕ ਤਰ੍ਹਾਂ ਦੀ ਘਾੜਤ ਘੜੀ ਜਾਂਦੀ ਹੈ ਜਿਹਦੀ ਕੋਈ ਉਪਮਾ ਨਹੀਂ। ਉਪਮਾ ਤੋਂ ਰਹਿਤ ਉਹ ਘਾੜਤ ਘੜੀ ਜਾਂਦੀ ਹੈ। ਕੀਆ ਗੱਲਾਂ ਕਥਿਆ ਨਾ ਜਾਹੇ। ਜਿਹੜਾ ਬੰਦਾ ਅੰਦਰ ਜਾਂਦਾ ਹੈ ਉਸ ਅਵਸਥਾ ਨੂੰ ਕੀ ਬਿਆਨ ਕਰੇਗਾ? ਤਾਕੀਆ ਗੱਲਾਂ ਕਥਿਆ ਨਾ ਜਾਹੇ। ਉਸ ਅਵਸਥਾ ਦੀ ਗੱਲਾਂ ਨੂੰ ਬੰਦਾ ਕਹਿ ਨਹੀਂ ਸਕਦਾ। ਜਿਹੜਾ ਕਹੇਗਾ ਸੁਣੀਏ ਜੀ। ਜੇ ਕੋ ਕਹੈ ਪਿਛੈ ਪਛਤਾਏ। ਜਿਹੜਾ ਕਹੇਗਾ ਬਾਅਦ ਵਿੱਚ ਪਛਤਾਵੇਗਾ। ਕੀ ਕਹੇਗਾ? ਰੱਬ ਜੀ ਮੇਰੇ ਕੋਲ ਪੂਰਾ ਨਹੀਂ ਕਿਹਾ ਗਿਆ। ਜਿਵੇਂ ਹੁੰਦਾ ਮੰਨੇ ਕੀ ਗਤ ਕਹੀ ਨਾ ਜਾਏ।
ਜੇ ਕੋ ਕਹਿ ਪਿਛੇ ਪਛਤਾਏ, ਮੰਨਣ ਦਾ ਆਖਰੀ ਅਰਥ ਹੈ ਜਿਹੜਾ ਬੰਦਾ ਲੀਨ ਹੋਣਾ। ਖਾਲਸਾ ਜੀ, ਮਨ ਨਾ, ਜਿੱਥੇ ਮਨ ਨਾ ਰਵੇ ਉਹ ਮੰਨਣ ਅਵਸਥਾ ਹੈ, ਤੇ ਉਸ ਅਵਸਥਾ ਨੂੰ ਕਿਹਾ ਨਹੀਂ ਜਾ ਸਕਦਾ। ਜਿਹੜਾ ਕਵੇਗਾ ਤੇ ਬਾਅਦ ਵਿੱਚ ਪਛਤਾਵੇਗਾ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਤੇ ਉਸ ਅਵਸਥਾ ਵਿੱਚ ਜਾ ਕੇ ਬੰਦੇ ਦੀ ਸੁਰਤੀ, ਬੰਦੇ ਦੀ ਖਾਲਸਾ ਜੀ ਜਿਹੜੀ ਅਹੰਕਾਰ ਵਾਲੀ ਬੁੱਧੀ ਹੈ ਉਹ ਘੜੀ ਜਾਂਦੀ ਹੈ। ਇਹਨੂੰ ਕਹਿੰਦੇ ਅੰਤःਕਰਨ। ਮਨ ਬੁੱਧ ਚਿੱਤ ਅਹੰਕਾਰ, ਇਹ ਜਿਹੜੇ ਚਾਰ ਹਨ ਉੱਥੇ ਘੜੇ ਜਾਂਦੇ, ਭਾਵ ਉੱਥੇ ਸ਼ੁੱਧ ਹੋ ਜਾਂਦੇ ਹਨ। ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਤੇ ਮਨਾ ਤਿੱਥੈ ਘੜੀਐ, ਉੱਥੇ ਖਾਲਸਾ ਜੀਓ ਜਿਹੜੇ ਦੇਵਤਿਆਂ ਵਰਗੀ ਬੁੱਧੀ ਹੈ ਉਹਨਾਂ ਦੀ ਉਹ ਹੋਰ ਘੜੀ ਜਾਂਦੀ। ਸੁਰਾ ਸਿੱਧਾ ਜਿਹੜੇ ਸਿੱਧ ਮਹਾਤਮਾ ਹਨ ਉਹਨਾਂ ਵਰਗੀ ਸੁਧ ਉਹਨਾਂ ਨੂੰ ਹੋ ਜਾਂਦੀ ਹੈ। ਉਹ ਉਸ ਅਵਸਥਾ 'ਚ ਆਪਣੇ ਆਪ ਨੂੰ ਹੋਰ ਘੜਦੇ ਹਨ। ਕਰਮ ਖੰਡ ਕੀ ਬਾਣੀ ਜੋਰ। ਚੌਥਾ ਖੰਡ ਸ਼ੁਰੂ ਹੋ ਗਿਆ। ਕਰਮ ਕਹਿੰਦੇ ਬਖਸ਼ਿਸ਼, ਫਜ਼ਲ ਦਾ ਖੰਡ ਸ਼ੁਰੂ ਹੋ ਗਿਆ ਹੈ। ਜਦੋਂ ਬੰਦਾ ਤਿੰਨ ਅਵਸਥਾਵਾਂ ਨੂੰ ਪਾਰ ਕਰਦਾ ਹੈ, ਉਹਨੂੰ ਗਿਆਨ ਵੀ ਹੋ ਗਿਆ, ਆਪਣੇ ਗਿਆਨ ਤੇ ਲੱਜਾ ਵੀ ਆ ਗਈ, ਉਹਨੇ ਬੜੀ ਮਿਹਨਤ ਵੀ ਕੀਤੀ, ਤੇ ਮਿਹਨਤ ਕਰਨ ਤੋਂ ਬਾਅਦ ਕੀ ਹੁੰਦਾ ਹੈ? ਅਖੀਰ ਤੇ ਬਖਸ਼ਿਸ਼ ਹੁੰਦੀ ਹੈ। ਕਰਮ ਖੰਡ ਕੀ ਬਾਣੀ ਜੋ, ਤੇ ਉਸ ਬਖਸ਼ਿਸ਼ ਦੇ ਖੰਡ ਵਿੱਚ ਗੁਰੂ ਕੇ ਪਿਆਰੇ ਦੇ ਹਿਰਦੇ ਵਿੱਚ ਬਹੁਤ ਜ਼ਿਆਦਾ ਬਲ ਆ ਜਾਂਦਾ ਹੈ। ਤਿੱਥੈ ਹੋਰ ਨਾ ਕੋਈ ਹੋਰ। ਤੇ ਖਾਲਸਾ ਜੀ ਉਸ ਬਲ ਵਿੱਚ ਗੁਰੂ ਪਾਤਸ਼ਾਹ ਆਪ ਨਾਲ ਹੁੰਦੇ ਹਨ, ਆਪ ਸਹਾਈ ਹੁੰਦੇ, ਆਪ ਉਹਨੂੰ ਤਾਕਤ ਉਦਮ ਦਿੰਦੇ ਹਨ। ਆਪਣੀ ਬਖਸ਼ਿਸ਼ ਸਦਕਾ ਉੱਥੇ ਕੁਝ ਹੋਰ ਨਹੀਂ ਹੁੰਦਾ। ਤਿੱਥੈ ਜੋਧ ਮਹਾਬਲ ਸੂਰ। ਤੇ ਉੱਥੇ ਜੋਧੇ ਮਹਾਬਲੀ ਸੂਰਮੇ ਜਿਨ੍ਹਾਂ ਨੇ ਆਪਣੇ ਸਰੀਰ ਦੀ ਖਾਲਸਾ ਗਿਆਨ ਇੰਦਰੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਨੇ ਮਨ ਨੂੰ ਕਾਬੂ ਕੀਤਾ, ਜਿਹੜੇ ਖਾਲਸਾ ਆਤਮ ਅਵਸਥਾ 'ਚ ਲੀਨ ਹੋ ਗਏ, ਉਹ ਸੂਰਮੇ ਜਾਕੋ ਹਰ ਰੰਗ ਲਾਗੋ ਜੁਗ ਮਹਿ ਸੋ ਕਹੀਅਤ ਹੈ ਸੂਰਾ, ਉੱਥੇ ਉਹੀ ਪਹੁੰਚਦੇ ਹਨ। ਤਿਨ ਮਹਿ ਰਾਮ ਰਹਿਆ ਭਰਪੂਰ। ਐਸੇ ਪਹਿਲਾ ਜੋਧੇ, ਫਿਰ ਮਹਾਬਲੀ, ਫਿਰ ਸੂਰਮੇ ਬਣਦੇ ਹਨ ਜਿਹੜੇ ਆਤਮਦਰਸ਼ੀ ਹਨ। ਤੇ ਐਸੇ ਆਤਮਦਰਸ਼ੀ ਗੁਰੂ ਕੇ ਪਿਆਰੇ ਤਿਨ ਮਹਿ ਰਾਮ ਰਹਿਆ ਭਰਪੂਰ। ਉਹਨਾਂ ਦੇ ਹਿਰਦੇ ਵਿੱਚ ਹੀ ਵਾਹਿਗੁਰੂ ਪ੍ਰਮਾਤਮਾ ਜਿਹੜਾ ਰਮਿਆ ਹੋਇਆ ਹੈ ਉਹ ਭਰਪੂਰ, ਬਿਲਕੁਲ ਨੱਕੋ ਨੱਕ ਹਰ ਪਾਸੇ ਉਹਨਾਂ ਦੇ ਸਰੀਰ ਦੇ ਅੰਗ ਅੰਗ ਵਿੱਚ ਸਮਾਇਆ ਹੁੰਦਾ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਰੱਬ ਦੇ ਨਾਮ ਦੀ ਮਹਿਮਾ ਵਿੱਚ ਉਹਨਾਂ ਦਾ ਮਨ ਬਿਲਕੁਲ ਪਰੋਇਆ ਰਹਿੰਦਾ ਹੈ। ਤਾਕੇ ਰੂਪ ਨਾ ਕਥਨੇ ਜਾਹੇ। ਤੇ ਮਨਾ ਜਿੱਥੇ ਮਨ ਬਿਲਕੁਲ ਪਰੋਇਆ ਹੋਵੇ, ਜੁੜਿਆ ਹੋਵੇ ਨਾ, ਉਸ ਅਵਸਥਾ ਨੂੰ ਕੌਣ ਬਿਆਨ ਕਰੇਗਾ? ਉਸ ਰੂਪ ਨੂੰ ਕੌਣ ਬਿਆਨ ਕਰੇਗਾ? ਕੋਈ ਨਹੀਂ ਕਰ ਸਕਦਾ। ਨਾ ਉਹੇ ਮਰਹਿ ਨਾ ਠਾਗੇ ਜਾਹੇ। ਐਸੇ ਸਾਧਕ ਸਾਧੂ ਮਹਾਤਮਾ ਦੀ ਅਵਸਥਾ ਕੈਸੀ ਬਣ ਗਈ? ਉਹ ਰੱਬ ਹੀ ਬਣ ਗਏ ਖਾਲਸਾ ਜੀ। ਨਾ ਉਹੇ ਮਰਹਿ ਨਾ ਠਾਗੇ ਜਾਹੇ, ਨਾ ਉਹ ਮਰਦੇ ਹਨ ਤੇ ਨਾ ਵਿਸ਼ੇ ਵਿਕਾਰਾਂ ਤੋਂ, ਕਾਮ ਆਦਿਕ ਜਿਹੜੇ ਚੋਰ ਹਨ, ਇਹਨਾਂ ਤੋਂ ਠੱਗੇ ਜਾਂਦੇ ਹਨ। ਜਿਨ ਕੈ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਆਪ ਵਸਦਾ ਹੈ। ਤਿੱਥੈ ਭਗਤ ਵਸਹਿ ਕੇ ਲੋ। ਤੇ ਭਾਈ ਉੱਥੇ ਸੱਚਖੰਡ ਵਿੱਚ ਅਨੇਕ ਤਰ੍ਹਾਂ ਦੇ ਖਾਲਸਾ ਜੀ ਭਗਤ ਵਸਦੇ ਹਨ, ਵੱਖ ਵੱਖ ਲੋਕਾਂ ਦੇ, ਭਾਵ ਕੋਈ ਕਿਸ ਲੋਕ ਦਾ, ਕੋਈ ਕਿਸ ਲੋਕ ਦਾ, ਉੱਥੇ ਸਾਰੇ ਬਰਾਬਰ ਹੋ ਜਾਂਦੇ ਹਨ। ਕਰ ਹੈ ਆਨੰਦ ਸੱਚਾ ਮਨ ਸੋਏ। ਤੇ ਉਹ ਗੁਰੂ ਕੇ ਪਿਆਰੇ ਰੱਬ ਦੀ ਬਖਸ਼ਿਸ਼ ਨਾਲ ਆਨੰਦ ਹੀ ਆਨੰਦ ਮਾਣਦੇ ਹਨ ਆਪਣੇ ਆਪ ਵਿੱਚ। ਸੱਚ ਖੰਡ ਵਸੈ ਨਿਰੰਕਾਰ। ਐਸੇ ਉਹਨਾਂ ਦੀ ਅਵਸਥਾ ਜਦੋਂ ਪੰਜਵੇਂ ਖਾਲਸਾ ਚ ਖੰਡ ਵਿੱਚ ਪਹੁੰਚਦੀ ਹੈ ਨਾ, ਉਹ ਸੱਚਖੰਡ, ਜਦੋਂ ਕਰਮ ਬਖਸ਼ਿਸ਼ ਦਾ ਖੰਡ ਪਾਰ ਕਰਕੇ ਸੱਚਖੰਡ ਵਿੱਚ ਜਾਂਦੇ ਹਨ, ਤੇ ਉੱਥੇ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਜਿਹੜਾ ਵਸਦਾ ਹੈ ਉਸ ਵਿੱਚ ਉਹ ਲੀਨ ਹੋ ਜਾਂਦੇ ਹਨ। ਕਰ ਕਰ ਵੇਖੈ ਨਦਰ ਨਿਹਾਲ। ਐਸਾ ਵਾਹਿਗੁਰੂ ਜਿਹੜਾ ਸੱਚਖੰਡ ਵਿੱਚ ਵਸਦਾ ਹੈ,
ਕਿਸੇ ਸਾਧਕ ਮਹਾਂਪੁਰਖ ਦੇ ਹਿਰਦੇ 'ਚ ਉਹਦਾ ਵਾਸਾ ਹੈ, ਉਹ ਵਾਹਿਗੁਰੂ ਕਰ ਕਰ ਵੇਖੈ ਸਿਰਜਣਹਾਰ।